प्यारे बच्चों, गुड मॉर्निंग। और क्या हाल चाल है? ठीक है। असी बच्चों इंटैग्रेशन शुरू क्या करा मतलब बड़ा है चैप्टर ये, क्योंकि बार बार तुम यही गल करदा भी ਇਹਦੇ ਨਾਲ ਜਿਹੜੇ ਬਾਕੀ ਚੈप्टर ਇਹਨੂੰ ਹੀ ਟਾਈਮ ਸਾਡਾ ਸਭ ਤੋਂ ਵੱਧ ਲੱਗਣਾ, ਬਾਕੀ ਇਹਦੀ ਮਦਦ ਨਾਲ ਛੇਤੀ ਛੇਤੀ ਹੋਈ ਜਾਣੇ। ਇਹ ਤਾਂ ਹੈਗਾ ਇੰਡੈਫੀਨਿਟ ਇੰਟੈਗਰਲ, ਜਿਹ ਚ ਲਿਮਿਟ नहीं है। अगला आएगा डेफिनेट, ਉਹ ਤਾਂ ਸਭ ਤੋਂ ਫਟਾਫਟ ਹੋ ਜਾਣਾ, ਕਿਉਂਕਿ ਸਮਝ ਇਹ ਆ ਗਿਆ ਸਮਝ। ਹੁਣ ਇਹਦੀ ਸਟਾਰਟਿੰਗ ਦਾ ਸਾਡੀ ਮੁੱਕ ਲਈ, ਹੁਣ ਇਹਦਾ ਜਿਹੜਾ ਹੈ ਥੱਲੇ ਨੂੰ ਆਉਣ ਲੱਗ ਪਿਆ, मतलब ਹੁਣ ਜਿਹੜਾ ਮੁੱਕਣ ਪਰ ਆ ਗਿਆ ਇਹ। ठीक है, एंड पॉइंट ਜਿਹਦਾ ਸ਼ੁਰੂ ਹੋ ਗਿਆ। ਹੁਣ क्या करें ਅਸੀਂ ਵਿੱਚੋਂ ਪਹਿਲਾਂ ਇੰਟੈਗ੍ਰੇਸ਼ਨ ਵਿੱਚ ਹੁਣ ਤੱਕ ਸਭ ਤੋਂ ਪਹਿਲਾਂ ਅਸੀਂ ਦੇਖਿਆ ਜਿਹਦਾ ਵੀ ਇੰਟੈਗ੍ਰੇਸ਼ਨ ਕਰਨਾ ਸੀ ਉਹ ਦੇਖ ਲਿਆ ਵੀ ਤਾਂ ਦੋ ਹਿੱਸੇ ਤਾਂ ਨਹੀਂ ਹੁੰਦੇ। ਫਿਰ ਦੇਖ ਲਿਆ ਵੀ ਟ੍ਰਿਗਨੋਮੈਟਰੀ ਦਾ ਕੋਈ ਫਾਰਮੂਲਾ ਤਾਂ ਨਹੀਂ ਲੱਗਦਾ। ਫਿਰ ਅਸੀਂ ਉਹਨੂੰ ਪਾਰਸ਼ੀਅਲ ਫ੍ਰੈਕਸ਼ਨ ਨਾਲ ਕਰਕੇ ਦੇਖ ਲਿਆ। ਪਾਰਸ਼ੀਅਲ ਫ੍ਰੈਕਸ਼ਨ ਨੂੰ ਮੈਂ ਰੂਲ ਦੱਸੇ ਤੇ ਹੁਣ ਬੱਚੇ ਆ ਗਿਆ ਸਾਡੇ ਕੋਲ ਇੱਕ ਉੱਚ ਪਹਿਲਾਂ ਅਸੀਂ ਪੁੱਟ ਕਰਕੇ ਵੀ ਦੇਖਿਆ ਸਬਸਟੀਟਿਊਸ਼ਨ, ਵੀ डिनोमीनेटर च कोई ना कोई इदां दी चीज हुंदी जिहदा उपर डेरिवेटिव है, वो बड़ी छेती हो जांदा दा। हुण बच्चों हैगा साडे कोल इंटीग्रेशन बाय पार्ट्स, इहदे नाल सारे सवाल नहीं हुंदे। ठीक है, मतलब ये भी एक हिस्सा है मेन। मैं तुहानूं ये कराउण तों बाद भी जिहड़े बोर्ड च पेपर च आंदे ना मतलब सवाल मेन वो भी तुहानूं मैं अलग एक सीरीज करानी है, उस चों मेन सवाल। हजे तां मैं एनसीईआरटी दी बुक दे एक्सरसाइज करा रहा तुहानूं। देखो बच्चों आ तीन फार्मूले होर याद कर लो, ये तुहानूं एप्लीकेशन ऑफ इंटीग्रेशन च काम आने। ठीक है, हुण भी काम आने भी। ਅਸੀਂ ਥੋੜੇ ਜਿਹਾ ਤੁਹਾਨੂੰ 5-6 ਵਾਰ ਉਹਨੇ ਪਹਿਲਾਂ ਲਿਖਾਇਆ ਤੇ ਉਹਦੇ ਵਿੱਚ ਅੰਡਰ ਰੂਟ ਥੱਲੇ ਦਾ, ਹੁਣ ਇੱਥੇ ਅੰਡਰ ਰੂਟ ਉੱਪਰ ਹੈ। ਇਹਦਾ ਮਤਲਬ ਜ਼ਿਆਦਾ ਰਕਮ ਹੈ, ਇਸ ਕਰਕੇ ਤਾਂ ਆਨਸਰ ਵੀ 2 ਹੈ। ਇਦਾਂ ਯਾਦ ਕਰ ਲਓ ਵੀ ਅੰਡਰ ਰੂਟ ਉੱਪਰ ਹੋ ਗਿਆ ਤਾਂ ਉਹਦੇ ਆਨਸਰ ਵੀ 2 ਹੈ। ਇਹਨੂੰ ਯਾਦ ਕਰਨਾ ਢੰਗ ਹੈ ਵੀ x² - a², x ਬਟਾ 2 a² ਬਟਾ 2, x ਬਟਾ 2 a² ਬਟਾ 2, ਆ ਦੋ ਇਹ ਚੇਤਾ ਰੱਖ ਲਓ। ਇਹਦੇ ਚ ਕਾਹਦੀ ਖੁਸ਼ਬੂ ਆ ਗਈ? ਸਾਈਨ ਦੀ, ਕਿਉਂਕਿ 1/1 - x² ਹੁੰਦਾ। ਠੀਕ ਹੈ, ਤਾਂ ਇਹ ਸਾਈਨ ਆ ਗਿਆ। ਇਹ 1 - x² ਹੁੰਦਾ ਨਾ ਉੱਚ। ठीक है, ये x मोहरा है, ये भी चेता रखनी। जी माइनस वाली उस माइनस का फार्मूला, जी प्लस वाली उस प्लस का फार्मूला। ठीक है, ये तो साइन इनवर्स वाला अलग चीज है। हुण देखो फार्मूला क्या है x/2, ये तो तुम याद करना अपने ढंग नाल जिद्दां मर्जी कर लो। जिद्दां मैं किद्दां याद करिया वा भी पहले x/2 लिखना ही है, फिर पूरी लिख दो। ठीक है, माइनस फिर a² लिखना ही है पक्का, सारे च देख लो। ते फिर log किहदा होना? एक अपने कोल वाधू हो जानी x, क्योंकि जब असीं दा डेरिवेटिव लेना 2x आ जाना। ਜਿਹਨੂੰ ਹੱਲ ਕਰੀਏ ਨਾ ਸੋਲਵ ਕਰੀਏ ਤਾਂ ਤੁਹਾਨੂੰ ਆਪਣੇ ਆਪ ਹੁਣ ਸੋਲਵ ਕਰਨਾ ਨਹੀਂ, ਮੈਂ ਤੁਹਾਨੂੰ ਫਾਰਮੂਲੇ ਸੋਲਵ ਕਰਕੇ ਨਹੀਂ ਦੱਸਣ ਲੱਗਿਆ, ਸਿੱਧੇ ਯਾਦ ਕਰਾਣੇ ਭਈ ਇਹੀ ਰਕਮ ਇੱਕ ਵਾਰ, ਫਿਰ log ਵਿੱਚ x + ਇਹੀ ਰਕਮ। ਇੱਥੇ ਵੀ ਦੇਖੋ log ਵਿੱਚ x + ਉਹੀ ਰਕਮ ਮੋਹਰਾ ਗਿਆ ਹੈ ਹਾਫ। ਇਹ ਹੁਣ ਤੁਸੀਂ ਜਿੱਦਾਂ ਮਰਜ਼ੀ ਯਾਦ ਕਰਿਓ। ਠੀਕ ਹੈ, ਇਹ ਯਾਦ ਕਰਨ ਤੋਂ ਬਾਅਦ ਹੁਣ ਅਸੀਂ ਬਾਈ ਪਾਰਟਸ ਵਿੱਚ ਜਿਹੜਾ ਹੈ ਉਹ ਦੋ ਸਾਡੇ ਕੋਲ ਦੋ ਫੰਕਸ਼ਨ ਜਿਹੜਾ ਹੈ ਉਹਨਾਂ ਦਾ ਪ੍ਰੋਡਕਟ ਹੋਣਾ ਹੁੰਦਾ। ਇੰਟੀਗ੍ਰੇਸ਼ਨ ਅਸੀਂ ਕਿੱਦਾਂ ਕਰਨਾ ਉਹ ਤੁਹਾਨੂੰ ਮੈਂ ਦੱਸਣ ਲੱਗਿਆ। ਕਰਦੇ ਹਾਂ ਹੁਣ ਅਗਲਾ ਸਵਾਲ ਅਸੀਂ। ਹੁਣ ਬੱਚਿਓ ਦੇਖੋ ਬਾਈ ਪਾਰਟਸ ਦਾ मतलब क्या है? बाई पार्ट्स का मतलब है भी साडे कोल दो फंक्शन होने, उन्हां दा प्रोडक्ट होना। ठीक है, ਅਸੀਂ ਉਹਨਾਂ ਦਾ ਇੰਟੀਗ੍ਰੇਸ਼ਨ ਕਿੱਦਾਂ ਕਰਨਾ? ਪਹਿਲਾਂ ਅਸੀਂ ਉਹੀ ਚੈੱਕ ਕਰਕੇ ਦੇਖਣਾ ਕੋਈ ਫਾਰਮੂਲਾ ਟ੍ਰਿਗਨੋਮੈਟਰੀ ਦਾ ਭਰ ਹੁੰਦਾ ਹੋਵੇ। ਠੀਕ ਹੈ, ਜੇ ਨਹੀਂ ਫਿਰ ਉੱਥੇ ਗੱਲ ਬਣਦੀ ਤਾਂ ਫਿਰ ਇਹਦੇ ਨਾਲ ਸਾਨੂੰ ਕਰਨਾ ਪੈਣਾ। ਹੁਣ ਇਹ ਫੰਕਸ਼ਨ ਦੋਏ ਜਿਹੜੇ ਹੈ ਇਹਦਾ ਕੀ ਬਣਦਾ ਹੁੰਦਾ? ਇਹ ਪਹਿਲਾਂ ਲਿਖਣਾ ਫਸਟ ਇੰਟੀਗਰਲ ਆਫ ਸੈਕੰਡ ਦਾ ਇੰਟੀਗਰਲ ਲੈ ਲੈਣਾ, फिर माइनस इंटीग्रल ऑफ। ठीक है, आप ध्यान रखियो डेरिवेटिव लिखने लगा हूं मैं, डेरिवेटिव ऑफ फर्स्ट इंटीग्रल ऑफ सेकंड। ठीक है, आ चीज है ना जी, आ चीज ये सारा करके ਉਹਦਾ ਸਾਰਾ ਇਕੱਠੇ ਦਾ ਇੰਟੀਗਰਲ ਹੈ। ਇਹ ਆ ਚੀਜ਼ ਹੈ ਬੱਚਿਓ ਵੀ ਪਹਿਲਾ ਦੂਜਾ, ਪਹਿਲਾ ਇੰਟੀਗਰਲ ਆਫ ਦੂਜਾ ਮਾਈਨਸ ਪਹਿਲੇ ਦਾ ਡੈਰੀਵੇਟਿਵ ਦੂਜੇ ਦਾ ਇੰਟੀਗ੍ਰੇਸ਼ਨ, ਦੋਹਾਂ ਵਿੱਚ ਦੂਜਾ ਇੰਟੀਗ੍ਰੇਸ਼ਨ ਕਰਨਾ, ਫਿਰ ਦੁਬਾਰਾ ਫਿਰ ਇੰਟੀਗ੍ਰੇਸ਼ਨ, ਯਾਨੀ ਕਿ ਆ ਚੀਜ਼ ਦਾ ਆਨਸਰ ਕੱਢ ਗਿਆ। ਇਹ ਹੈ ਹੁਣ ਬੱਚਿਓ ਇਹਨਾਂ ਸਵਾਲਾਂ ਵਿੱਚ ट्रिग्नोमेट्रिक फंक्शन होने, लॉगरिथमिक फंक्शन होने जिदा लॉग वाले, एक्सपोनेंशियल फंक्शन होने ई वाले, अलजबरा होना। ठीक है, ते इनवर्स ट्रिग्नोमेट्रिक फंक्शन होने। उन्हां तुसीं पहला किहनूं मनना, दूआ किहनूं मनना, वो भी एक हैगा साडे कोल मैथड। असीं भी इदां अपने गुरुआं ते सिੱਖਿਆ वा, ਉਹੀ ਤੁਹਾਨੂੰ ਦੱਸ ਦੇਣਾ। बाकी सवाल जिन्नी ਵੱਧ ਤੋਂ ਵੱਧ प्रैक्टिस करनी, मैं जो मर्जी भाषण देई जावां, जिन्ने तुसीं अपने हत्थ नाल सवाल करना बच्चों बड़ियां क्लासां जिद्दां सारे जिद्दां हुंदा वैसे इत्था तक ज्यादा अपने हाथ नाल सवाल नहीं करना, फिर नहीं होना है। ठीक है, हुण देखो इहदे वास्ते एक साडे कोल फार्मूला है भी फर्स्ट किहनूं मनना, सैकंड किहनूं मनना। आई लेट, आ याद रखना बच्चों, आ शब्द है आई लेट। इहदा क्या मतलब है? पई इनवर्स ट्रिग्नोमेट्रिक फंक्शन नूं पहला मनना, जे लॉगरिथम फंक्शन की होता है इनवर्स ट्रिग्नोमेट्रिक फंक्शन, लॉगरिथम यानी कि लॉग वाले
ਇਹ ਅਲਜਬਰਾ, ਅਲਜਬਰਾ ਕਿਉਂ ਕਹਿੰਦੇ x ਸਕੁਅਰ 3x ਇਦਾਂ ਇਹ ਅੰਕ ਹੁੰਦੇ ਇਹਨੂੰ ਅਲਜਬਰਾ ਕਹਿੰਦੇ ਸੀ, ਪਤਾ ਹੀ ਹੈ ਤੁਹਾਨੂੰ। t ਟ੍ਰਿਗਨੋਮੈਟ੍ਰਿਕ ਫੰਕਸ਼ਨ, ਇਹ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ, ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ। ਐਕਸਪੋਨੈਂਸ਼ੀਅਲ ਕੋਣਾ e ਦੀ ਪਾਵਰ x ਵਾਲੇ, ਇਹਦੇ ਮੁਤਾਬਕ ਜੇ ਤੁਸੀਂ ਚੱਲੇ, ਜੇ ਸਾਡੇ ਕੋਲ ਮੰਨ ਲਓ ਦੋ ਫੰਕਸ਼ਨ ਹੈ ਨਾ, ਜਿੱਦਾਂ e ਦੀ ਪਾਵਰ x ਹੈ ਤਾਂ ਸਾਡੇ ਕੋਲ ਲਿਖੇਗਾ cos ਇਨਵਰਸ x, ਤਾਂ ਅਸੀਂ ਕੀ ਕਰਨਾ, ਇਹਨੂੰ ਪਹਿਲਾਂ ਮੰਨ ਲੈਣਾ, ਇਨਵਰਸ ਪਹਿਲਾਂ, ਐਕਸਪੋਨੈਂਸ਼ੀਅਲ ਬਾਅਦ ਚ ਮੰਨਣਾ, ਫਿਰ ਉਸ ਪਰ ਫਾਰਮੂਲਾ ਲਾ ਦਿਓ, ਫਿਰ ਸਾਰਾ ਕੁਝ ਉਹੀ ਹੋ ਜਾਣਾ। ਵਿੱਚ ਇਹਦਾ ਜਿਹੜੀਆਂ ਪਿਛਲੀਆਂ ਅਸੀਂ ਗੱਲਾਂ ਕਰੀਆਂ, ਕਿਤੇ ਕਿਤੇ ਸਾਨੂੰ ਪਾਰਸ਼ਲ ਫ੍ਰੈਕਸ਼ਨ ਵੀ ਕਰਨਾ ਪੈਂਦਾ ਵਿੱਚ ਇਹਦਾ, ਠੀਕ ਹੈ। ਮਤਲਬ ਇਹ ਚੋਂ ਕਾਫੀ ਸਵਾਲ ਆ ਜਾਂਦੇ। ਹੁਣ ਅਸੀਂ ਸਵਾਲ 7.6 ਚੋਂ ਮੈਂ ਮੇਨ ਜੇ ਸਵਾਲ ਕਰਾਣਾ ਹੈ ਤੁਹਾਨੂੰ, ਕਰਦੇ ਹਾਂ ਸ਼ੁਰੂ ਅਸੀਂ। ਹੁਣ ਦੇਖੋ 7.6 ਦਾ ਕੁਐਸਚਨ ਦੇਖੋ, x sin x ਹੈ, ਇਹਨੂੰ ਹੋਰ ਤਾਂ ਹੁਣ ਕੋਈ ਮੈਥਡ ਹੀ ਪਰ ਲੱਗ ਨਹੀਂ ਸਕਦਾ, ਨਾ ਤਾਂ ਇਹ ਇੱਥੇ ਸਾਈਨ ਦਾ ਕੋਈ ਟ੍ਰਿਗਨੋਮੈਟਰੀ ਦਾ ਫਾਰਮੂਲਾ ਲਈ ਤਾਂ ਵੀ ਨਾ ਗੱਲ ਬਣਨੀ, ਤੇ ਜੇ ਅਸੀਂ ਇਹਨੂੰ ਬ੍ਰੇਕ ਕਰੀਏ, ਬ੍ਰੇਕ ਵੀ ਨਾ ਹੋਣਾ ਹੈ ਆਸਾਨੀ ਨਾਲ, ਸਿੱਧਾ ਸਾਨੂੰ ਪਤਾ ਲੱਗਾ ਵੀ ਦੋ ਫੰਕਸ਼ਨ ਹੈ, ਉਹਨਾਂ ਚੋਂ ਇੱਕ ਅਲਜਬਰਾ ਹੈ, ਠੀਕ ਹੈ, ਇੱਕ ਹੈਗਾ ਸਾਡੇ ਕੋਲ ਟ੍ਰਿਗਨੋਮੈਟ੍ਰਿਕ। ਹੁਣ ਜਦ ਮੈਂ ਆਈ ਲੇਟ ਤੁਹਾਨੂੰ ਦੱਸਿਆ, ਠੀਕ ਹੈ, ਆ ਇਹਦਾ ਮਤਲਬ ਇਹ ਜਿਹੜਾ ਹੈ ਪਹਿਲਾਂ ਆ ਗਿਆ, ਟ੍ਰਿਗਨੋਮੈਟ੍ਰਿਕ ਬਾਅਦ ਚੋਂ ਆਇਆ, ਕਹਿਣ ਦਾ ਮਤਲਬ ਇਹਨੂੰ ਪਹਿਲਾ ਫੰਕਸ਼ਨ ਮੰਨ ਲਓ, ਜਿੱਦਾਂ ਪੇ ਹੈ, ਠੀਕ ਹੀ ਹੈ, ਇਹ ਪਹਿਲਾ ਇਹ ਦੂਜਾ। ਜੇ sin x x ਹੁੰਦਾ ਤਾਂ ਵੀ ਅਸੀਂ ਕਿਆ ਕਰਨਾ, x ਨੂੰ ਪਹਿਲਾਂ ਮੰਨ ਲੈਂਦਾ, ਅਲਜਬਰਾ ਪਹਿਲਾਂ ਮੰਨ ਲਓ, ਟ੍ਰਿਗਨੋਮੈਟ੍ਰਿਕ ਫੰਕਸ਼ਨ ਬਾਅਦ ਚੋਂ, ਇਹਦਾ ਫਾਇਦਾ ਹੁੰਦਾ ਸਾਨੂੰ, ਠੀਕ ਹੈ। ਜੇ ਅਸੀਂ ਦੂਜੀ ਤਰ੍ਹਾਂ ਕਰ ਲਈਏ ਤੁਹਾਨੂੰ ਥੋੜਾ ਆਲਸ ਜਾਣਾ ਹੋ ਤਾਂ ਫਿਰ ਵੀ ਜਾਣਾ, ਟਾਈਮ ਵੱਧ ਲੱਗ ਜਾਣਾ। ਹੁਣ ਰੂਲ ਕਿਹੜਾ ਹੈ, ਫਸਟ ਇੰਟੈਗਰਲ ਆਫ ਸੈਕੰਡ ਮਾਈਨਸ ਇੰਟੈਗਰਲ ਆਫ ਡੈਰੀਵੇਟਿਵ ਆਫ ਫਸਟ। ਹੁਣ ਡੈਰੀਵੇਟਿਵ ਆਫ ਫਸਟ ਤਾਂ ਚਲੋ ਮੈਂ ਪਹਿਲੀ ਵਾਰ ਲਿਖ ਦਿੰਦਾ ਇੱਕ ਵਾਰ, ਇੰਟੈਗਰਲ ਆਫ ਸੈਕੰਡ, ਠੀਕ ਆ ਚੀਜ਼ ਹੋਈ। ਆਦਾ ਹੁਣ x sin x ਕਿਹਦਾ ਡੈਰੀਵੇਟਿਵ ਹੈ, sin x ਦਾ ਇੰਟੈਗਰਲ ਤੁਹਾਨੂੰ ਪਤਾ ਹੀ ਹੈ, sin x ਦਾ ਕੀ ਹੁੰਦਾ, ਮਾਈਨਸ cos x, ਠੀਕ ਹੈ, ਮਾਈਨਸ cos x, ਠੀਕ ਹੈ। ਉਸ ਤੋਂ ਬਾਅਦ ਹੁਣ ਸਾਡੇ ਕੋਲ ਕੀ ਆਉਣਾ ਬੱਚਿਓ, ਇਹਦਾ ਡੈਰੀਵੇਟਿਵ ਤਾਂ 1 ਹੋ ਗਿਆ, x ਦਾ ਡੈਰੀਵੇਟਿਵ ਕਿੰਨਾ ਹੁੰਦਾ 1, sin x ਦਾ ਫਿਰ ਹੋ ਜਾਣਾ ਮਾਈਨਸ cos x। ਹੁਣ ਅਸੀਂ ਜਿਹੜਾ ਦੇਖਿਆ ਇਹਦਾ dx ਜ਼ਰੂਰ ਬੱਚੇ ਲਿਖ ਦਿਆ ਕਰੋ ਨਾਲ, ਠੀਕ ਹੈ। ਹੁਣ ਅਸੀਂ ਕਾਂਸਟੈਂਟ ਜਿਹੜਾ ਬੱਚੇ ਇਹਦਾ ਨਹੀਂ ਕਾਂਸਟੈਂਟ ਲੈਂਦੇ ਨਾ, ਫਿਰ ਇਕੱਠਾ ਹੀ ਲੈਂਦੇ ਕੋਈ ਕਾਂਸਟੈਂਟ, ਕਿਉਂਕਿ ਇਹਦਾ ਤਾਂ ਨਹੀਂ ਲੈਂਦੇ, ਇਹਦਾ ਵੀ ਲੈਣਾ, ਇਹਦਾ ਵੀ ਲੈਣਾ, ਬਾਅਦ ਚੋਂ ਵੀ ਕੱਟ ਹੋ ਜਾਣਾ, ਠੀਕ ਹੈ, ਕੱਟ ਹੋ ਗਿਆ ਫਿਰ ਬਾਅਦ ਚੋਂ ਫਿਰ ਵੀ ਕਾਂਸਟੈਂਟ ਹੀ ਆਉਂਦਾ ਇੱਕ। ਹੁਣ ਕੀ ਕਰਿਆ ਅਸੀਂ, ਇਹ ਇੱਥੇ ਰਹਿਣ ਦਿਓ x cos x, ਕਿਉਂਕਿ ਸਵਾਲ ਛੋਟਾ ਹੀ ਹੈ, ਆ ਗਿਆ ਸਾਡੇ ਕੋਲ ਪਲੱਸ cos x ਦਾ ਡੈਰੀਵੇਟਿਵ ਹੈ sin x ਦਾ। ਹੁਣ ਲਾਸਟ ਵਿੱਚ ਪਲੱਸ ਕਾਂਸਟੈਂਟ ਲਿਖ ਦਿਓ, ਆ ਸਾਡਾ ਬੱਚਿਓ ਆਨਸਰ ਹੋਣਾ। ਦੇਖੋ 2 ਲਾਈਨ ਦਾ ਸਵਾਲ ਹੈ, ਇਦਾਂ ਦੇ ਸਵਾਲ ਜ਼ਿਆਦਾ ਆਉਂਦੇ, ਆ ਚੇਤਾ ਤੁਸੀਂ ਜ਼ਰੂਰ ਰੱਖਣੀ ਯਾਦ ਵੀ ਇਹਦੇ ਮੁਤਾਬਕ ਚੱਲੋ। ਕਿਤੇ ਕਿਤੇ ਸਪੈਸ਼ਲ ਕੇਸ ਚ ਆ ਕੇ ਫੇਲ ਹੁੰਦਾ, ਪਰ ਜ਼ਿਆਦਾ ਕਰਕੇ 99% ਚ ਇਹੀ ਲਾਗੂ ਹੀ ਹੈ, ਠੀਕ ਹੈ। ਅਗਲਾ ਸਵਾਲ ਕਰਕੇ ਦੇਖਦੇ ਹਾਂ। ਹੁਣ ਦੇਖੋ ਬੱਚਿਓ ਇਹ ਸਵਾਲ ਦੇਖ ਲਓ, ਤੁਹਾਨੂੰ ਸਿੱਧਾ ਹੀ ਦੇਖ ਕੇ ਪਤਾ ਲੱਗਣਾ ਵੀ ਅਸੀਂ ਇੱਥੇ ਪਾਰਸ਼ੀਅਲ ਫ੍ਰੈਕਸ਼ਨ ਕਰਨੀ, ਕਿ ਕੁਝ ਪੁੱਟ ਕਰਨਾ ਵੀ ਥੱਲੇ ਦਾ ਡੈਰੀਵੇਟਿਵ ਹੈ, ਜਾਂ ਅਸੀਂ ਇਹ ਦੇਖਣਾ ਵੀ ਇਹ ਬਾਈ ਪਾਰਟਸ ਹੈ। ਦੋ ਦਿਨ ਦਾ ਚੀਜ਼ਾਂ ਆਪਣੇ ਆਪ ਸੋਚਣੀਆਂ ਤੁਹਾਨੂੰ। ਜੇ ਟ੍ਰਿਗਨੋਮੈਟਰੀ ਦੇ ਫੰਕਸ਼ਨ ਫਾਰਮੂਲੇ ਆਉਂਦੇ ਆ ਤਾਂ ਜਿਹੜਾ ਹੈ ਤੁਹਾਡਾ ਕੌਨਫੀਡੈਂਸ ਬਣ ਜਾਣਾ, ਜਾਂ ਕੌਨਫੀਡੈਂਸ ਬਣਨਾ ਤਾਂ ਹੀ ਗੱਲ ਬਣਨੀ ਉਹ, ਠੀਕ ਹੈ। ਜੇ ਬੰਦੇ ਨੂੰ ਕੌਨਫੀਡੈਂਸ ਹੀ ਨਹੀਂ ਫਿਰ ਇਹ ਕੁਝ ਨਹੀਂ ਹੋਣਾ। ਪਹਿਲਾਂ ਆਪਣੇ ਅੰਦਰ ਕੌਨਫੀਡੈਂਸ ਲਿਆਓ ਵੀ ਸਾਨੂੰ ਫਾਰਮੂਲੇ ਆਉਂਦੇ ਆ, ਕੁਝ ਨਹੀਂ ਆਉਂਦਾ ਇਕੁਏਸ਼ਨ। ਟ੍ਰਿਗਨੋਮੈਟਰੀ ਦੇ ਫਾਰਮੂਲੇ ਹੀ ਇੱਕ ਦੋ ਵਾਰ ਯਾਦ ਕਰ ਲੈਣੇ, ਵੱਧ ਤੋਂ ਵੱਧ ਕਰ ਕਰਕੇ ਦੇਖੋ ਬੱਚੇ ਸਵਾਲ। ਮੈਂ ਹੁਣ ਤਾਂ ਬੋਲੀ ਜਾਂ ਵੀ ਸਾਈਕਲ ਇਦਾਂ ਚਲਾਓ, ਪੈਡਲ ਔਰ ਪੈਰ ਰੱਖੋ, ਹੈਂਡਲ ਫੜੋ, ਕੁਝ ਨਹੀਂ ਹੋਣਾ ਜਦ ਤੱਕ ਤੁਸੀਂ ਆਪ ਸਾਈਕਲ ਫੜਨਾ ਨਹੀਂ ਨਾ, ਕੁਝ ਨਹੀਂ ਹੋਣਾ। ਆਪਣੇ ਗੋਡੇ ਛਿੱਲੋ ਪਹਿਲਾਂ, ਗੁਆਂਢੀਆਂ ਦੇ ਗੋਡੇ ਛਿੱਲੋ, ਤਾਂ ਆਦਾ ਹੁੰਦਾ ਸਾਈਕਲ, ਠੀਕ ਹੈ। ਅਗਲਾ ਦੇਖੋ ਹੁਣ ਇਹ ਦੋ ਫੰਕਸ਼ਨ ਆ ਸਾਡੇ ਕੋਲ, ਇਹਨਾਂ ਦੀ ਗੁਣਾ ਹੈ, ਇਹ ਚ ਫੇਰ ਉਹੀ ਗੱਲ ਵੀ ਆਈ ਲੇਟ, ਠੀਕ ਹੈ। ਬਾਰ-ਬਾਰ ਨਹੀਂ ਲਿਖਣਾ, ਤੁਸੀਂ ਆਪੇ ਪ੍ਰੈਕਟਿਸ ਕਰ ਲਿਓ। ਇਹਦੇ ਚ ਐਕਸਪੋਨੈਂਸ਼ੀਅਲ ਲਾਸਟ ਵਿੱਚ ਹੈ, ਇਹਦਾ ਮਤਲਬ ਅਲਜਬਰਾ ਪਹਿਲਾਂ ਹੈ, ਠੀਕ ਹੈ, ਜਿਹਦਾ ਪਏ ਹੈ, ਠੀਕ ਹੈ। ਫਸਟ ਇੰਟੈਗਰਲ ਆਫ ਸੈਕੰਡ ਮਾਈਨਸ ਇੰਟੈਗਰਲ ਆਫ ਡੈਰੀਵੇਟਿਵ ਆਫ ਫਸਟ ਮਾਈਨਸ ਇੰਟੈਗਰਲ ਆਫ ਸੈਕੰਡ। ਆ ਹੈ ਬੱਚਿਓ, ਆ ਤਾਂ ਬੜੀ ਬ੍ਰੈਕਟ ਬਣੀ, ਜਾਨੀ ਕਿ ਸਾਰੇ ਦਾ ਹੈ, ਠੀਕ ਹੈ। ਇੰਟੈਗਰੇਸ਼ਨ ਸਾਰੇ ਦਾ ਹੈ। ਹੁਣ x ਸਕੁਅਰ e ਦੀ ਪਾਵਰ x ਦਾ ਤੁਹਾਨੂੰ ਪਤਾ ਹੀ ਹੈ, e ਦੀ ਪਾਵਰ x ਹੀ ਹੁੰਦਾ, ਕੋਈ ਟੈਨਸ਼ਨ ਨਹੀਂ, ਠੀਕ ਹੈ। x ਸਕੁਅਰ ਦਾ ਕਿੰਨਾ ਹੋਣਾ 2x ਡੈਰੀਵੇਟਿਵ, ਆਹ ਕਿਆ ਬਣਨਾ ਬੱਚਿਓ, e ਦੀ ਪਾਵਰ x ਦਾ e ਦੀ ਪਾਵਰ x ਹੋ ਜਾਣਾ। ਔਰ ਸਮਝ ਗਏ ਨਾ ਗੱਲ ਤੁਸੀਂ, ਇਦਾਂ ਆਪ ਤੇ ਮਾਈਨਸ ਲਿਖੋਗੇ e ਦੀ ਪਾਵਰ x। ਹੁਣ ਦੇਖੋ माइनस लिखोगे तो गलत लिखोगे तो फर्स्ट इंटीग्रल ऑफ सेकंड माइनस इंटीग्रल ऑफ डेरिवेटिव ऑफ फर्स्ट इनटू इंटीग्रल ऑफ सेकंड, ठीक है। इतना मैं dx लिखता सी, आ तो सौखा पहले तो हो गया, बस जी फार्मूला ना फटाफट हो जाना, दो बाहर ले लो, ठीक है। आ क्या बन गया x e दी पावर x dx। आ एक होर क्वेश्चन बन गया, बन जावे कोई गल नहीं, ਅਸੀਂ ਡਰਦੇ, ठीक है। आ दे रहने दो x स्क्वायर e दी पावर x माइनस 2
ਇਹਦਾ ਹੁਣ ਫਾਰਮੂਲਾ ਫੇਰ ਲਾਣਾ ਹੀ ਪਰ ਸੀ ਫੇਰ ਲਾਣਾ ਪੈਣਾ ਸਾਨੂੰ ਫਾਰਮੂਲਾ ਆ ਬੜੀ ਵੇਟ ਪਾ ਲਓ ਹੁਣ ਇਹਨੂੰ ਹੱਲ ਕਰੋ ਅਲੱਗ ਇਹ ਚ ਫੇਰ ਫਾਸਟ ਇਹਨੂੰ ਮੈਨੂੰ ਫਾਸਟ ਹੋਣਾ ਇਹ ਚ ਥੋੜਾ ਸ਼ਾਰਟਕਟ ਕਰ ਦੇਣਾ ਫਾਸਟ इंटीग्रल ऑफ सेकंड e पावर x लिख दो ठीक है माइनस इंटीग्रल ऑफ डेरिवेटिव फास्ट ਇਹਦਾ ਡੈਰੀਵੇਟਿਵ 1 ਆਣਾ ਫਿਰ e पावर x आ जाना ਇੱਥੇ ठीक है बच्चों ਹੁਣ मैं थोड़ा शॉर्टकट करता फार्मूला एक तो मैं पूरा लाता है तो मैं हल करता पहला दूसरे का इंटीग्रेशन e पावर x का इंटीग्रेशन e पावर x से जाना माइनस डेरिवेटिव ऑफ फास्ट ਇਹਦਾ ਡੈਰੀਵੇਟਿਵ ਆਣਾ 1 इंटीग्रल ऑफ सेकंड पहले मैं था ਇਹਦਾ इंटीग्रल e पावर x ਦਾ e पावर x ही ਹੁੰਦਾ ठीक है क्या बनना हम देखो x स्क्वायर e की पावर x माइनस 2 x e की पावर x ਇਹਦਾ ਡੈਰੀਵੇਟਿਵ क्या होना e की पावर x ਦਾ e की पावर x ही होना ये माइनस है कितना होना प्लस 2 e की पावर x ਹੁਣ देखो ਤੁਸੀਂ क्या करना e की पावर x सारे जो कॉमन कर दो प्लस कांस्टेंट भी लिख लियो ठीक है नहीं रहते रहने कोई चक्कर नहीं है माइनस 2x प्लस 2 ठीक है e की पावर मैं कॉमन कर दा उसका कुछ नहीं है ऐसे रहने दो ਇਹ ਸਵਾਲ ਦਾ ਜਾਨੀ ਕਿ ਪਰ ਦੋ ਵਾਰ ਫਾਰਮੂਲਾ ਲੱਗ ਗਿਆ ਸਾਡੇ ਕੋਲ ਠੀਕ ਹੈ ਅਗਲਾ ਸਵਾਲ ਦੇਖਦੇ ਹਾਂ ਹੁਣ ਦੇਖੋ ਬੱਚੋ ਉਹਦਾ ਇਹ ਸਵਾਲ ਪਹਿਲਾਂ ਵਾਲੇ ਨਾਲ ਸੌਖੇ ਆ ਕਿਉਂਕਿ ਫਾਰਮੂਲਾ ਹੈਗਾ ਫਟਾਫਟ ਹੋਈ ਜਾਣਾ ਠੀਕ ਹੈ ਕਈ ਸਵਾਲ ਇਦਾਂ ਦੇ ਜਿਹੜੇ ਪਾਰਸ਼ੀਅਲ ਫ੍ਰੈਕਸ਼ਨਾਂ ਵੀ ਹੋ ਜਾਂਦੇ ਬਾਈ ਪਾਰਟਸ ਨਾਲ ਵੀ ਹੋ ਜਾਂਦੇ ਇਦਾਂ ਦੇ ਵੀ ਤੁਹਾਨੂੰ ਕਰਾਂਗਾ ਵਿੱਚ ਮੇਨ ਇਹ ਤਾਂ ਪਹਿਲਾਂ ਮੈਂ 7.6 ਕਰਾ ਕੇ ਫਿਰ ਤੁਹਾਨੂੰ 7. ਇਦਾਂ ਕਰਾ ਕੇ ਨਾ ਫਿਰ ਅਸੀਂ 7.6 ਤੋਂ ਬਾਅਦ ਇਹ ਹੁਣ ਸਾਡੀ ਅੱਜ 7.6 ਮੁੱਕ ਜਾਣੀ ਜਾਂ ਕੱਲ ਮੁੱਕ ਜੂਗੀ ਉਸ ਤੋਂ ਬਾਅਦ ਦੇਖਿਓ ਬੱਚੇ ਫਿਰ ਅਸੀਂ ਮੇਨ ਜਿਹੜੇ पेपर हर बार आते हैं मैं एक अलग वीडियो बनाऊंगा एक या दो वीडियो बनाऊंगा तो मैं इंपोर्टेंट क्वेश्चन ठीक है वो भी तुम देख लेने तो चैनल चो सबसक्राइब भी कर देना चैनल जो वधिया लगे हजे तो मैं थोड़ा बेस बना रहा थोड़ा फिर बच्चों 2 या 3 वीडियो असी वो पानिया ठीक है इंपोर्टेंट क्वेश्चन जो पेपर ज्यादा आते हैं NCERT च भी CBSE च भी ठीक है तो पंजाब बोर्ड च भी हूँ फिर इतना वही गल आ गई लॉग है ये अलजबरा है ਇਹਦਾ ਵਾਲਾ ਜਬਰਾ ਬਾਅਦ ਚ ਆਇਆ ਕਹਿਣ ਵਾਲੇ ਨੂੰ ਠੀਕ ਕਰਕੇ ਲਿਖ ਲਓ ਕਿਦਾਂ ਲਿਖ ਲਈਏ log x x ਸਕੁਅਰ ਆ ਚੀਜ਼ ਇਹ log x ਹੈ ਨਾ ਕਿਤੇ q ਨਾ ਕਰ ਦਿਓ ਅਲੱਗ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਹੁਣ ਪਲੱਸ 2 ਜੇ ਤੁਸੀਂ ਹੁਣ ਫਾਰਮੂਲਾ ਫੇਰ ਲਾ ਲਓ ਫਸਟ ਇੰਟੀਗਰਲ ਆਫ ਸੈਕੰਡ ਮਾਈਨਸ ਇੰਟੀਗਰਲ ਆਫ ਡੈਰੀਵੇਟਿਵ ਆਫ ਫਸਟ ਇੰਟੀਗਰਲ ਆਫ ਸੈਕੰਡ ਆ ਬਣ ਗਿਆ ਬੱਚੋ ਇਹਦਾ ਡੈਰੀਵੇਟਿਵ ਠੀਕ ਹੈ ਆ ਚੀਜ਼ ਹੋ ਗਈ ਹੁਣ ਕਰ ਲਓ ਇਹਨੂੰ ਹੱਲ ਆ log x ਤਾਂ ਇੱਥੇ ਰਹਿਣਾ x ਸਕੁਅਰ ਦਾ ਕਿੰਨਾ ਆਣਾ x ਦੀ 3/3 ਪਤਾ ਹੀ ਤੁਹਾਨੂੰ ਪਾਵਰ ਜੁੜ ਜਾਣੀ ਮਾਈਨਸ ਇਹਦਾ ਡੈਰੀਵੇਟਿਵ ਕਿੰਨਾ ਆਣਾ log x ਦਾ ਕਿੰਨਾ ਹੁੰਦਾ ਡੈਰੀਵੇਟਿਵ 1/x ਤੇ x ਸਕੁਅਰ ਦਾ ਕਿੰਨਾ ਹੋਇਆ x ਦੀ ਪਾਵਰ 3/3 ਠੀਕ ਹੈ ਆ ਚੀਜ਼ ਇਦਾਂ ਹੈ dx ਨਾਲ ਠੀਕ ਹੈ ਆ ਤਾਂ ਹੁਣ ਸਾਡੇ ਕੋਲ x ਦੀ ਪਾਵਰ 3/3 ਮੋਰਾ ਲਿਖ ਦੋ log x ਬਾਅਦ ਚ ਲਿਖਤਾ ਕੋਈ ਚੱਕਰ ਨਹੀਂ ਇੱਥੇ ਇੱਕ x ਕੱਟ ਹੋ ਗਈ 1/3 ਮੋਰਾ ਆ ਗਏ ਇੱਥੇ ਕरेगा x स्क्वायर रहेगा बच्चों ठीक है x कट होगी 1/3 में पूरा लेकर कांस्टेंट है ਇਹਦਾ ਫੇਰ ਦੇਖ ਲਓ ਇਹਦਾ ਫਿਰ ਕੀ ਹੋਣਾ ਆ ਤਾਂ ਉਹੀ ਹੈ x ਦੀ ਪਾਵਰ 3/3 log x ਠੀਕ ਹੈ ਮਾਈਨਸ 1/3 ਹੁਣ ਇਹਦਾ ਕੀ ਹੋਣਾ ਇਹਦੀ ਪਾਵਰ 3 ਬਣ ਜਾਣੀ ਥੱਲੇ ਫਿਰ 3 ਆ ਜਾਣੇ ਤੇ ਪਲੱਸ ਸਮ ਕਾਂਸਟੈਂਟ ਲਿਖ ਦਿਓ ਬਣ ਗਿਆ ਕੰਮ 1/9 ਆ ਸਾਡਾ ਆਨਸਰ ਆ ਗਿਆ ਇਹਨੂੰ x³ 3 ਲਿਖ ਦਿਓ ਠੀਕ ਹੈ ਬਾਅਦ ਵਿੱਚ पूरा आ लिख दो उत्तर हो गया उत्तर माइनस x की पावर 3/9 ठीक है प्लस सम कांस्टेंट ये आंसर आ गया कोई औखा नहीं है कि सानू मान लो फार्मूला आता ना फिर तो फटाफट हो जाने इधर आते काफी सवाल आते बच्चों पेपर च इंपोर्टेंट भी आते बहुत इंपोर्टेंट जो बार बार आते वो असं करने मैं तुम ही कहना भी मेरी उस बाद वाली सीरीज जरूर देखो इंपोर्टेंट क्वेश्चन वाली अगला सवाल करते हैं हुण देखो बच्चों ये सवाल ये tan इनवर्स जो इनवर्स है ये इनवर्स आ हो गई पहला आना चाहिए ठीक है ना पहला लिख लो फिर इतना लिख लो tan इनवर्स x into x ठीक है tan इनवर्स x into x ये बहुत कम हार्ड फार्मूला जिन्होंने भी बनाया आई सल्यूट हिम ठीक है मैं तो बनाया नहीं है पर ਅਸੀਂ ਅੱਗੇ ਸਿੱਖਿਆ ਕਿ ਤੇ ਉਹੀ ਤੁਹਾਨੂੰ ਮੈਂ ਦੱਸਤਾ ਹੁਣ ਬੱਚਿਓ ਗੱਲ ਇਹ ਹੈ ਵੀ ਪਹਿਲਾ ਫੰਕਸ਼ਨ ਅਸੀਂ ਨੂੰ ਬਣਾ ਲਿਆ ਇਹ ਦੂਜਾ ਹੋ ਗਿਆ ਫਿਰ ਚਲੋ ਰੂਲ ਦੇ ਬਤਾਓ ਫਸਟ इंटीग्रल ऑफ सेकंड का इंटीग्रल ठीक है माइनस इंटीग्रल ऑफ डेरिवेटिव ऑफ फर्स्ट एक बार मैं पूरी रकम लिख देना ताकि ਤੁਹਾਨੂੰ ਭੁਲੇਖਾ ਨਾ ਹੋਵੇ ਹੋਰ ਕੁਝ ਨਹੀਂ ਹੈ इंटीग्रल ऑफ सेकंड ठीक है ਇਹਨੂੰ ਅਸੀਂ ਬ੍ਰੈਕਟ ਜਦੋਂ ਕਰ ਦਿੰਦੇ ਵੀ ਸਾਰੇ ਦਾ ਇੰटीग्रल है ਇਹ ਭੁਲੇਖਾ ਨਾ ਹੋਵੇ ਤੁਹਾਨੂੰ tan ਇਨਵਰਸ ਇਹਦਾ ਕਿੰਨਾ ਹੋਣਾ x² 2 ਹੋ ਜਾਣਾ ਇਹਦਾ ਇੰਟੀਗ੍ਰੇਸ਼ਨ ਤੇ tan ਇਨਵਰਸ ਹੋ ਗਿਆ ਠੀਕ ਹੈ ਇਹਦੇ ਚ ਇਹਦਾ ਡੈਰੀਵੇਟਿਵ ਕਿੰਨਾ ਹੋਣਾ ਇਹਦਾ ਡੈਰੀਵੇਟਿਵ
1 बटा 1 प्लस एक्स स्क्वायर बच्चों हम वो चीज़ां फटाफट आनी चाहिए उन्होंने ना कि या टाइम ला दो बोल tan इनवर्स का डेरिवेटिव कितना होता 1 बटा 1 प्लस एक्स स्क्वायर ये तो आना चाहिए ਤਾਂ ਬਣਨੀਆਂ ਗੱਲਾਂ ਇਹਦਾ ਕਿੰਨਾ ਹੋਣਾ ਬੱਚੋ x स्क्वायर बटा 2 ਹੁਣ ਇਹ ਆ 2 ਤਾਂ ਮੋਹਰੇ ਚਲ ਜਾਣੇ ਠੀਕ ਹੈ x स्क्वायर बटा 2 tan इनवर्स x ਦਾ ਕੰਮ ਤਾਂ ਮੁੱਕ ਲਿਆ ਮਾਈਨਸ ਆ 1 ਬਟਾ 2 ਮੋਹਰੇ ਚਲ ਗਏ ਠੀਕ ਹੈ ਆ ਬਣ ਗਿਆ ਸਾਡੇ ਕੋਲ x स्क्वायर बटा 1 प्लस x स्क्वायर ਹੁਣ ਇਸ ਸਵਾਲ ਨੂੰ ਬੜੇ ਧਿਆਨ ਨਾਲ ਦੇਖੋ ਇਹਦਾ ਫਿਰ ਪਾਰਸ਼ੀਅਲ ਫ੍ਰੈਕਸ਼ਨ ਦਾ ਬਣ ਗਿਆ ਕਿਆ ਦੱਸਿਆ ਤੁਹਾਨੂੰ ਮੈਂ ਵੀ ਜੇ ਪਾਵਰ ਉੱਪਰ ਨਾਲੇ ਥੱਲੇ ਬਰਾਬਰ ਹੋਵੇ ਤਾਂ ਉਹਨੂੰ ਡਿਵਾਈਡ ਕਰ ਦਿਓ ਉਹਦਾ ਤੇ ਹੋਰ ਢੰਗ ਛੇਤੀ ਵੀ ਕਰ ਸਕਦੇ ਬੱਚੇ ਆਪਣੇ ਕੋਲ ਇੱਕ ਜੋੜ ਦੋ ਆਪਣੇ ਕੋਲ ਇੱਕ ਘਟਾ ਦੋ ਇਦਾਂ ਵੀ ਕਰ ਸਕਦੇ ਜੇ ਮੈਂ ਇੱਕ ਜੋੜ ਦਵਾਂ ਤਾਂ 1 + x ਕਿਉਂ ਨਹੀਂ ਬਣ ਜਾਣੇ ਨੇ ਇਹਦੇ ਨਾਲ ਕੱਟ ਹੋ ਜਾਣਾ ਜੇ ਮੈਂ ਇੱਕ ਘਟਾ ਦਵਾਂ ਚੋਂ ਇੱਕ ਨੇ ਕੱਟ ਜਾਣਾ ਤਾਂ ਵੀ ਠੀਕ ਹੈ ਜੇ ਤੁਹਾਨੂੰ ਇਦਾਂ ਸਮਝ ਆਉਂਦਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਕੀ ਕਰੋ ਬੱਚੇ ਉਹ ਸਿੱਧਾ ਹੀ ऊपर वाली रकम ਇਹਦੇ ਤੋਂ ਵੀ ਛੋਟੀ ਹੈ ਡਿਵਾਈਡ ਇਹਦੇ ਨਾਲ ਕਰ ਦੋ x² + 1 ਜਾਂ ਇੱਕ ਤੇ ਚੱਲ ਗਈ ਹੈ ਕੀ ਹੋਗਾ x² + 1 ਠੀਕ ਹੈ ਸੋਚਣ ਦੀ ਬਹੁਤੀ ਲੋੜ ਨਹੀਂ ਆ ਕੱਟ ਜਾਣਾ -1 ਆ ਜਾਣਾ ਠੀਕ ਹੈ ਕੀ ਬਣਨਾ 1 - 1 ਬਟਾ 1 + x² ਇਹਦਾ ਉੱਤਰ ਜੇ ਕੱਢੀਏ ਤਾਂ ਆਹੀ ਆਣਾ ਦੇਖ ਲਓ ਭਲਾ ਕਰਕੇ ਇਹਨੇ ਇੱਥੇ ਗੁਣਾ ਹੋ ਜਾਣਾ -1 ਕੱਟ ਜਾਣਾ ਜਿੱਦਾਂ ਮੈਂ ਕਹਿੰਦਾ ਵੀ ਇੱਕ ਜੋੜ ਦੋ ਚਾਹੇ ਇੱਕ ਘਟਾ ਦੋ ਇਹ ਤੁਹਾਡੀ ਮਰਜ਼ੀ ਹੈ ਬੱਚੋ ਆਹ ਚੀਜ਼ ਬਣੀ ਹੁਣ ਇਹ ठीक है x² बटा 2 यानी कि पिछले फार्मूले भी काम आने हैं ये नहीं है भी बस हो जानी हो ठीक है हुन क्या बनना बच्चे ने इंटीग्रेशन आप ब्रैकेट में लिख दो पहला इंटीग्रेशन क्या है 1 यानी कि dx माइनस 1 बटा 1 प्लस x² ठीक है ये बन गया हम साडे को इंटीग्रेशन आ बनया साडे को ठीक है आ बन गई ब्रैकेट बंद इसके बाद हम तुम फटाफट हो गया सवाल पता कोई खास गल नहीं है कितना होना हम देख लो ਉਹਦਾ ਉੱਪਰ ਮੋਹਰਾ ਹੈਗਾ ਜਿਹੜਾ ਹੈਗਾ x² tan ਇਨਵਰਸ x ਠੀਕ ਹੈ -1 ਬਟਾ 2 ਆ ਇਹਦਾ ਡੈਰੀਵੇਟਿਵ ਕਿੰਨਾ ਹੋਣਾ ਇੰਟੀਗ੍ਰੇਸ਼ਨ x ਯਾਨੀ ਕਿ 1 ਬਟਾ x ਬਣ ਜਾਣਾ ਹੈ ਠੀਕ ਹੈ ਆ ਮਾਈਨਸ ਕਿਆ ਹੋਣੇ ਪਲੱਸ ਠੀਕ ਹੈ ਮੋਹਰਾ 1 ਬਟਾ 2 ਲਾ ਦੋ ਆਹ ਕਿਹਦਾ ਡੈਰੀਵੇਟਿਵ ਹੈ tan ਇਨਵਰਸ ਦਾ ਇਹਦਾ ਮਤਲਬ ਕੀ ਆ ਗਿਆ tan ਇਨਵਰਸ x ਆਹ ਸਵਾਲ ਹੋ ਗਿਆ ਤੁਹਾਡਾ ਕਿੰਨਾ ਸੌਖਾ ਹੋ ਗਿਆ ਜੇ ਸਾਨੂੰ ਫਾਰਮੂਲਾ ਆਂਦਾ ਹੈ मतलब आ रूल भी सानू जे पता है कि जे पावर ऊपर नाले थल्ले बराबर है या बड़ी है तो असं डिवाइड कर सकते यानी कि इत्थे भी फ्रैक्शन के रूल लगने हैं पॉलीनोमियल वाले ठीक है अगला सवाल करके देखते हैं हुण आ सवाल बहुत इंपोर्टेंट है बच्चों पेपरां दे विच कई बार आ गया है इत्थे कई बार कोस इनवर्स की जगह साइन इनवर्स हुंदा कदे इत्थे tan इनवर्स हुंदा फिर इत्थे 1 + x² हुंदा मतलब मिलदी जुलदी हुंदी गल ਤੁਸੀਂ ਹੁਣ ਧਿਆਨ ਨਾਲ ਦੇਖ ਲੈਣਾ ਵੀ cos ਇਨਵਰਸ ਦਾ ਡੈਰੀਵੇਟਿਵ 1 - x² ਹੁੰਦਾ 1 ਬਟਾ 1 - x² ਮੋਰਾ ਮਾਈਨਸ ਲਾ ਲਓ ਹੁਣ ਇਹਦੇ ਵਿੱਚ ਬੱਚਿਓ ਇੱਕ ਤਾਂ ਫੰਕਸ਼ਨ ਹੈਗਾ ਸਾਡੇ ਕੋਲ ਟ੍ਰਿਗੋਨੋਮੈਟ੍ਰਿਕ ਫੰਕਸ਼ਨ ਇਨਵਰਸ ਇੱਕ ਹੈਗਾ ਅਲਜਬਰਾ ਫਿਰ ਉਹੀ ਕਰੋ ਸਭ ਤੋਂ ਪਹਿਲਾਂ ਕੀ ਕਰੋ ਤੁਸੀਂ ਅਲਜਬਰਾ ਜਿਹੜਾ cos ਇਨਵਰਸ x ਉਹਨੂੰ ਪਹਿਲਾਂ ਲਿਖ ਲਓ x ਬਟਾ 1 - x ਦਾ ਸਕੁਅਰ ਆ dx ਵਗੈਰਾ ਵਿੱਚੋਂ ਆਵੇ ਪਾਈ ਯਾਰ ਹੁਣ ਆ ਹੋ ਗਿਆ ਸਾਡੇ ਕੋਲ ਹੁਣ ਫਾਰਮੂਲਾ ਲੈਣਾ ਫਸਟ इंटीग्रल ऑफ सेकंड ठीक है dx लिया माइनस इंटीग्रल ऑफ डेरिवेटिव ऑफ फर्स्ट इंटीग्रल ऑफ सेकंड ठीक है आ चीज है हुण तुसीं ये देखो भी साडा हुण थोड़ा काम बढ़ गया क्या बढ़ गया भी ਇਹਦਾ इंटीग्रेशन सानू सौखा नहीं मिलना थोड़ा करके ध्यान ना करके देखना पैना कोई गल नहीं आ भी उत्थे यानी कि हुण सीधा ही पहले ਤਾਂ इंटीग्रेशन कड्डो अलग कर लेना ਇਹਦਾ मतलब ਇਹਦਾ ਮੈਂ ਉੱਤਰ ਹੀ ਕੱਢ ਲੈਣਾ ਪਹਿਲਾਂ x ਬਟਾ 1 - x ਇਹਦਾ ਉੱਤਰ ਕੱਢ ਲੈਣਾ ਪਹਿਲਾਂ ਬਾਕੀ ਦਾ ਬਾਰ-ਬਾਰ ਕੱਢ ਲਿਖਣਾ ਠੀਕ ਹੈ ਹੁਣ ਇਹਨੂੰ ਕਿੱਦਾਂ ਲਿਖੋਗੇ ਬੱਚਿਓ ਤੁਸੀਂ ਦੇਖੋ ਤਾਂ ਕਿਹੜਾ ਰੂਲ ਲੱਗੂਗਾ ਇਹ ਚ ਉੱਪਰ ਸਾਡੇ ਕੋਲ ਲੀਨੀਅਰ ਇਕੁਏਸ਼ਨ ਹੈ ਇਹ ਕੁਆਡਰੈਟਿਕ ਹੈ ਠੀਕ ਹੈ ਹੁਣ ਕੁਆਡਰੈਟਿਕ ਜਿਹੜੀ ਹੈ ਉਹਦੇ ਫੈਕਟਰ ਬਣ ਸਕਦੇ ਚਾਹੇ ਤਾਂ ਤੁਸੀਂ ਫੈਕਟਰ ਦੇ ਹਿਸਾਬ ਨਾਲ ਭਰ ਲਓ ਇਹਨੂੰ ਉਹ ਭਰ ਸਕਦੇ ਫੈਕਟਰ ਦੇ ਹਿਸਾਬ ਨਾਲ ਕਿ ਨਹੀਂ ਜਾਂ ਇੱਕ ਕੰਮ ਸੌਖਾ ਹੀ ਹੈਗਾ ਜੇ ਮੈਂ ਦਾ ਡੈਰੀਵੇਟਿਵ ਲਾਵਾਂ 1 - x² ਦਾ ਤਾਂ 2x ਨਹੀਂ ਆ ਜਾਣਾ ਸਾਨੂੰ ਫਾਇਦਾ ਹੋ ਜਾਣਾ ਠੀਕ ਹੈ ਕਿਆ ਕਰੀਏ ਅਸੀਂ ਫਿਰ ਇੱਥੇ ਪੁੱਟ 1 - x² ਨੂੰ t ਭਰ ਲਓ ਇਹ ਪਿਛਲੇ ਹੁਣ ਜੇ ਪਿਛਲੀਆਂ ਆਉਂਦੀਆਂ ਗੱਲਾਂ ਤਾਂ ਸਮਝਾਣਾ ਹੈ 2x dx = dt ਅਸੀਂ ਜੇ x ਦਾ ਮੁੱਲ मतलब x dx ਰੱਖਣਾ ਹੋਇਆ ਉੱਥੇ dx ਵੀ ਹੈਗਾ ਨਾਲ ਤਾਂ ਇਹਨੇ ਇੱਧਰ ਆ ਕੇ ਕਿਆ ਹੋਣਾ -1 ਬਟਾ 2 dt यानी कि x dx की जगह आ भर सकते सी -1 बटा 2 भर दिंदे आ -1 बटा 2 ठीक है ते x dx की जगह भरता dt हो गया थल्ले का भरदा जगह भरिया सी t यानी कि t दा अंडर रूट
ਹੁਣ टी ਦੇ ਅੰਡਰ ਰੂਟ ਨੂੰ ਕਿੱਦਾਂ ਕਰ ਸਕਦੇ ਬੱਚਿਓ, ਆ ਮੋਰਾ ਮਾਈਨਸ ਇਕੁਅਲ 2 ਹੈ, ਧਿਆਨ ਰੱਖਿਓ ਮਾਈਨਸ ਇਕੁਅਲ 2 ਹੈਗੇ ਆ, टी ਉੱਪਰ ਜਾ ਕੇ ਆਉਣੀ, टी ਦੀ ਪਾਵਰ ਮਾਈਨਸ ਇਕੁਅਲ 2 ਨਹੀਂ ਹੋ ਜਾਣੀ, ਅੰਡਰ ਰੂਟ ਥੱਲੇ ਆ ਚੀਜ਼ समझ गए, ਆ समझ गए ना, टी ਦੀ ਪਾਵਰ 1/2 है, ऊपर जाकर माइनस 1/2 होगी, क्या बनना है ना फिर माइनस 1/2 टी है जी साढ़े को, तुसी ये रंग हल कर लिया हूं, ठीक है, इतना अलग हल कर पेपर से हल करना होगा, इधर नहीं रापर नहीं करना, फिर बाद इतना कीमत भर देनी थी, माइनस 1/2 टी की पावर क्या होनी, माइनस 1/2 विच एक जुड़ जाना, इंटीग्रेशन दे कर दे ते उधर डिवाइड कर देना सी, माइनस 1/2 जो एक जोड़े कितना होना 1/2, आ 1/2 ਨਾਲ 1/2 ਕੱਟ ਜਾਣੇ, ਮੋਰਾ ਆ ਗਿਆ ਬੱਚੇ ਸਾਡੇ ਕੋਲ ਮਾਈਨਸ ਤੇ t ਦੀ ਪਾਵਰ ਕਿੰਨੀ ਹੋਗੀ ਪਲੱਸ ਦੇ 1/2, ਪਲੱਸ ਦੇ ਪਾਵਰ ਨੂੰ ਕਿੱਦਾਂ ਲਿਖਦੇ ਸੀ t, ਆ ਗਿਆ ਸਾਡੇ ਕੋਲ ਆਨਸਰ, ਯਾਨੀ k ਦੀ ਜਗ੍ਹਾ ਕਿਆ ਭਰ ਸਕਦੇ t ਕਿਆ ਭਰੀ ਅਸੀਂ, ਆ ਬੱਚਿਓ ਬਣਿਆ ਸਾਡਾ ਆਨਸਰ ਇਹਦਾ ਇੰਨੀ ਕੁ ਚੀਜ਼ ਦਾ, ਠੀਕ ਹੈ, ਇੰਨੀ ਕੁ ਚੀਜ਼ ਦਾ ਇਹ ਆਨਸਰ ਬਣ ਗਿਆ, ਤੁਸੀਂ ਇਹ ਫਟਾਫਟ ਭਰ ਦਿਓ ਹੁਣ, 1 ਮਾਈਨਸ x ਸਕੁਅਰ ਦਾ ਅੰਡਰ ਰੂਟ ਦੇ ਮੋਰਾ ਮਾਈਨਸ, ਠੀਕ ਹੈ, ਇਹ ਹੁਣ ਤੁਸੀਂ ਆਹ ਇਹਨੂੰ ਮੰਡੇ ਦਿਓ, ਥੋੜਾ ਸਵਾਲ ਹੋਣਾ ਹੁਣ आ चेता रखियो, मतलब क्या कीमत कटी तुसी, ठीक है, तो पेपर नहीं मिटनी, पेपर च लिखनी है, तो हम जगह मेरे को घट है, आ हो गया सारे को कोस इनवर्स x, एंड इंटीग्रेशन की जगह पर क्या लिख सकते, सारा ही उत्तर कट गया माइनस, ठीक है, 1 माइनस x स्क्वायर दा अंडर रूट बच्चों आ है, चलो ठीक है, हुण कोस इनवर्स का क्या बनया, ਇਹਦਾ ਡੈਰੀਵੇਟਿਵ क्या ਹੁੰਦਾ 1 माइनस होंगे 1/1 x स्क्वायर, ठीक है, पूरा माइनस होता, ठीक है, ये डेरिवेटिव हो गया, एन का उत्तर क्या कटिया, हुणे ਤੁਹਾਨੂੰ मैं दस्या आ क्या कटिया ਸੀ ਇਹ माइनस 1 माइनस x स्क्वायर ਦਾ अंडर रूट, ठीक है, गुणा है माइनस नहीं आ रही, दो चीजें गुणा है, सिर्फ ਇਹਦਾ अलग हल कर लिया ਸੀ, ਉਹਦਾ ਉੱਤਰ ਕੱਢ ਕੇ ਚ ਭਰ ਦੇਣਾ, ठीक है, ਹੁਣ क्या ਬਣਿਆ ਬੱਚੋ, ਆ ਮਾਈਨਸ ਬਾਹਰ ਕੱਢ ਦੋ, ਮਾਈਨਸ cos ਇਨਵਰਸ x 1 माइनस x स्क्वायर ਦਾ अंडर रूट, ठीक है, ਆ ਮਾਈਨਸ ਨਾਲ ਆ ਮਾਈਨਸ ਪਲੱਸ ਹੋ ਗਏ ਤੇ ਆ ਨਾਲ ਆ ਚੀਜ਼ ਕੱਟ ਗਈ, क्या रह गया इतना, फिर इतना एक रह गया, ठीक है, एक ही रह गया, एक का क्या होता फिर इंटीग्रेशन, ज्यादा बच्चों कट्टे ही हो गया, एक रह गया साढ़े को, ठीक है, आ सारा आंसर ही काट लिया वा, एदा हम इंटीग्रेशन क्या होना x, क्या हो गया हमारे को आंसर फिर माइनस कोस इनवर्स x 1 माइनस x स्क्वायर ते आ गया माइनस x प्लस कांस्टेंट है ना, दो माइनस करना नहीं, आंसर आ गया, ठीक है, यानी कि अगे ते अगे है बाई पार्ट्स विच भी पिछलियां गल्लां पार्शियल फ्रैक्शन भी काम आ सकदा, ये इंपोर्टेंट क्वेश्चन है बच्चों, ध्यान रखियो इच यानी कि सानू अलग जिहा डेरिवेटिव इंटीग्रेशन करना पैंदा, अगला सवाल देखते हैं, इस एक्सरसाइज के बाई पार्ट्स वाले मैं तुहानू मेन कराते, ठीक है, बाकी असीं फेर करूंगे, जे वधिया लग्गिया तां सबसक्राइब कर दिओ मेरे चैनल जिन्हें नहीं करिया, अपने मित्रां नूं दोस्तां नूं फ्रेंड्स नूं सारिਆਂ ਨੂੰ मेरा चैनल का जो लिंक है सेंड कर दिओ ताकि मैंने हौसला आंदा रहे, थैंक यू।